यीशु राजे दी जय होवे। जीवन दी रोटी। आओ जीवन दी रोटी दे लई पहलों परमेश्वर दा वचन, खुदा दा वचन, अपने वाहिगुरु दा वचन पढ़िए। मती दी अंजील 5:3-12 बी एटीट्यूड, जिन्हों असी यीशु दे अनमोल उपदेश भी कह सकते हैं। धन ओ जेड़े दिल दे गरीब ने, क्यों जो सुर्ग दा राज उन्हां दा है। धन ओ जेड़े सोग करते ने, क्योंकि वो शांत कीते जाणगे। धन ओ जेड़े हलीम हन, क्यों जो वो धरती दे वारस होणगे। धन ओ जेड़े धर्म दे भुखे ते प्यासे ने, क्यों जो वो रजाए जाणगे। धन ओ जेड़े दयावान हन, क्यों जो उन्हां उत्ते दया कीती जाएगी। धन ओ जेड़े शुद्ध मन हन, क्यों जो वो परमेश्वर नूं देखणगे। धन ओ जेड़े मेल कराउण वाले हन, क्यों जो वो परमेश्वर दे पुत्र कहलाणगे। धन ओ तुसीं, क्यों जो लोक मेरे कारण तुहानूं बोलियां बोलणगे अते सताउणगे अते हर एक बुरी गल उत्ते तुहाडे उत्ते झूठियां तोहमतां लाउणगे। आनंद होवो अते खुशी मनाओ, जो तुहाडा फल सुरग विच बहुता है। इसलिए जो उन्होंने तुहातों पहला नबियां नूं इसे तरह सताया सी। सतवचन, मेरे वाहिगुरु दा वचन, मेरे परमेश्वर दा वचन। असी मती दी अंजील 4 विच पढ़िया सी कि यीशु मसीह ने अपने 12 चेले चुन के अपनी मिनिस्ट्री बनाई। 12 चेले चुन के मिनिस्ट्री बनाई, उन्होंने मिनिस्टर थापिया। अते यीशु दे सारे प्रचारक, एवेंजलिस्ट, सारे दे सारे मिनिस्टर कहलाउंदे हन। मिनिस्टर जानी सेवक, यीशु जानी महासेवक, क्यों वो धरती उत्ते सेवा करने वास्ते आया सी। उन्हें परना बन के चेलियां दे पैर धोते अते परने दे नाल पैरां नूं साफ कीता और उन्हें कहा कि तुहाडे विचों वो सब तो वड्डा है जिहड़ा सब दा दास बन जावे। साडे परमेश्वर दी मिनिस्ट्री दासां दी मिनिस्ट्री है। इहदे विच देशां दीयां सरकारां नहीं, खुदा दे राज दी सरकार है। क्योंकि असीं खुदा दे राज दे लई काम करन वाले हैं अते खुदा दे करिंदे हैं, खुदा दे कामे हैं, खुदा दी बाड़ी दे विच काम करन वाले हैं सारे। उस खुदा दा रहम है साडे उत्ते, जिन्हें सानू अपने काम वास्ते चुनिया। सो 12 चेलियां दी मिनिस्ट्री बनाने तो बाद यीशु ने उन्होंने सुर्ग दा संविधान दस्या। सुर्ग दा संविधान जिहड़ा कि मती दी अंजील 5-7 तक असीं पढ़ते हैं। और सुर्ग दे संविधान तो पहला
ਜਿਵੇਂ ਸਾਰੇ ਸੰਵਿਧਾਨਾਂ ਦਾ ਇੱਕ ਪ੍ਰੀਐਂਬਲ ਹੁੰਦਾ ਹੈ, ਮੁਖਬੰਦ ਹੁੰਦਾ ਹੈ, ਉਹਨੇ ਮਤੀ ਦੀ ਅੰਜੀਲ ਅਧਿਆਇ 5 ਦੇ ਵਿੱਚ ਵਰਸ 3 ਤੋਂ 12 ਤੱਕ ਬੀਐਟੀਟਿਊਡ ਦੀਆਂ ਵਰਸਿਸ ਦਸੀਆਂ, ਜਿਹਦੇ ਵਿੱਚ ਮੇਰੇ ਵਾਹਿਗੁਰੂ ਦਾ, ਮੇਰੇ ਪਰਮੇਸ਼ਰ ਦੇ ਰਾਜ ਦਾ ਸੰਵਿਧਾਨ ਉਹਦਾ ਪ੍ਰੀਐਂਬਲ ਹੈ, ਜਿਹਨੂੰ ਅਸੀਂ ਬੀਐਟੀਟਿਊਡ ਕਹਿੰਦੇ ਹਾਂ। ਔਰ ਮੈਂ ਇਹ ਗੱਲ ਦੱਸ ਕੇ ਮੈਨੂੰ ਆਨੰਦ ਆਉਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰੀਦ ਸਾਹਿਬ ਦੇ ਸ਼ਲੋਕ ਪਹਾੜੀ ਉਪਦੇਸ਼ ਦਾ ਦਰਪਣ ਹਨ। ਉਹ ਪਰਮੇਸ਼ਰ ਵੱਲੋਂ ਦਿੱਤਾ ਗਿਆ ਪਹਾੜੀ ਉਪਦੇਸ਼ ਉਹਦਾ ਦਰਪਣ ਹਨ, ਉਹਦਾ ਵਿਆਖਿਆਨ ਹਨ। ਆਓ ਪਰਮੇਸ਼ਰ ਦਾ ਸੰਵਿਧਾਨ ਪੜ੍ਹੀਏ, ਪ੍ਰੀਐਂਬਲ ਪੜ੍ਹੀਏ ਸੰਵਿਧਾਨ ਦਾ। ਧੰਨ ਉਹ ਜਿਹੜੇ ਦਿਲ ਦੇ ਗਰੀਬ ਹਨ, ਕਿਉਂਕਿ ਸੁਰਗ ਦਾ ਰਾਜ ਉਹਨਾਂ ਦਾ ਹੈ। ਦਿਲ ਦੇ ਗਰੀਬ ਜਾਣੀ ਆਪਣੇ ਆਪ ਤੋਂ ਮੁੱਕਰਨ ਵਾਲੇ, ਹੰਕਾਰ ਵਾਲੇ ਨਹੀਂ, ਕਿਉਂਕਿ ਹੰਕਾਰ ਦਾ ਅਤੇ ਰੂਹਾਨੀਅਤ ਦਾ ਵਿਰੋਧੀ ਰਿਸ਼ਤਾ ਹੈ। ਪਰਮੇਸ਼ਰ ਨੇ ਕਿਹਾ ਕਿ ਮੇਰੇ ਪਿੱਛੇ ਆਉਣ ਦੇ ਲਈ ਆਪਣੇ ਆਪ ਤੋਂ ਮੁੱਕਰੋ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਹੋ ਲਓ। ਇਹ ਪਰਮੇਸ਼ਰ ਇਹੋ ਜਿਹੀ ਹਲੀਮੀ ਨੂੰ ਚਾਹੁੰਦਾ ਹੈ। ਪਰਮੇਸ਼ਰ ਦਾ ਰਾਜ ਰੂਹਾਨੀ ਰਾਜ ਹੈ। ਯੋਹੰਨਾ ਦੀ ਅੰਜੀਲ 3:5 ਵਿੱਚ ਨਿਕੋਦੀਮਸ ਨਾਲ ਗੱਲ ਕਰਦਿਆਂ ਹੋਇਆਂ ਪਰਮੇਸ਼ਰ ਨੇ ਕਿਹਾ ਕਿ ਤੂੰ ਜਦੋਂ ਤੱਕ ਪਾਣੀ ਅਤੇ ਆਤਮਾ ਤੋਂ ਪੈਦਾ ਨਹੀਂ ਹੁੰਦਾ, ਉਦ ਤੱਕ ਸੁਰਗ ਦੇ ਰਾਜ ਵਿੱਚ ਨਹੀਂ ਵੜ ਸਕਦਾ। ਪਾਣੀ ਅਤੇ ਆਤਮਾ ਤੋਂ ਪੈਦਾ ਹੋਣਾ ਜਾਣੀ ਯੀਸ਼ੂ ਦੇ ਰਾਜ ਦਾ ਬਪਤਿਸਮਾ। ਔਰ ਪਾਣੀ ਅਤੇ ਆਤਮਾ ਤੋਂ ਪੈਦਾ ਹੋਣ ਵਾਲੇ ਸਾਰੇ ਦੇ ਸਾਰੇ ਆਪਣੇ ਆਪ ਹਲੀਮ ਹੋ ਜਾਂਦੇ ਹਨ ਕਿ ਉਹਨਾਂ ਦੀ ਮੈਂ ਮਰ ਚੁੱਕੀ ਹੁੰਦੀ ਹੈ ਅਤੇ ਉਹ ਪਰਮੇਸ਼ਰ ਦੇ ਰਾਜ ਦੇ ਕਰਿੰਦੇ ਬਣ ਜਾਂਦੇ ਹਨ। ਇਹ ਉਹ ਲੋਕ ਹਨ ਜਿਹੜੇ ਪਰਮੇਸ਼ਰ ਦੇ ਪਰਿਵਾਰ ਵਿੱਚ ਸ਼ਾਮਲ ਹੋ ਜਾਂਦੇ ਹਨ, ਪਰਮੇਸ਼ਰ ਦੇ ਧੀਆਂ ਪੁੱਤਰ ਬਣ ਜਾਂਦੇ ਹਨ। ਪਰਮੇਸ਼ਰ ਨੇ ਕਿਹਾ ਕਿ ਸਰੀਰ ਮਿੱਟੀ ਹੈ, ਮਿੱਟੀ ਵਿੱਚ ਮਿਲ ਜਾਣਾ, ਲੇਕਿਨ ਸੁਰਗ ਜਿਹੜਾ ਕੇਵਲ ਰੂਹਾਂ ਦਾ ਰਾਜ ਹੈ। ਇਸ ਲਈ ਰੂਹਾਨੀ ਜਨਮ ਹੋਣਾ ਅਤੀ ਜ਼ਰੂਰੀ ਹੈ। ਔਰ ਰੂਹਾਨੀ ਜਨਮ ਜਾਣੀ ਦੂਜਾ ਜਨਮ, ਔਰ ਉਸ ਜਨਮ ਦੇ ਲਈ ਰਸਤਾ ਕੇਵਲ ਇੱਕ ਹੈ, ਕੇਵਲ ਯੀਸ਼ੂ ਮਸੀਹ ਹੀ ਰਸਤਾ ਹੈ। ਯੀਸ਼ੂ ਤੋਂ ਬਿਨਾ ਕੋਈ ਵੀ ਰਸਤਾ ਸਾਨੂੰ ਸੁਰਗ ਵਿੱਚ ਨਹੀਂ ਲੈ ਜਾਂਦਾ। ਸੋ ਪਰਮੇਸ਼ਰ ਦੇ ਪਿੱਛੇ ਚੱਲਣ ਵਾਲੇ, ਸਾਰੇ ਕ੍ਰੋਸ ਨੂੰ ਚੁੱਕਣ ਵਾਲੇ, ਸਾਰੇ ਸਲੀਬ ਨੂੰ ਚੁੱਕਣ ਵਾਲੇ ਕੁਦਰਤੀ ਰੂਪ ਵਿੱਚ ਪਰਮੇਸ਼ਰ ਦੇ ਢਾਂਚੇ ਵਿੱਚ ਢਲ ਜਾਂਦੇ ਹਨ ਅਤੇ ਉਹ ਹਲੀਮ ਹੋ ਜਾਂਦੇ ਹਨ। ਅਗਲਾ, ਧੰਨ ਉਹ ਜਿਹੜੇ ਸੋਗ ਕਰਦੇ ਹਨ ਕਿ ਉਹ ਸ਼ਾਂਤ ਕੀਤੇ ਜਾਣਗੇ।
ਸੋਗ ਕਰਨ ਦਾ ਮਤਲਬ ਦੁਨਿਆਵੀ ਸੋਗ ਦੀ ਗੱਲ ਨਹੀਂ। ਸੋਗ ਦਾ ਮਤਲਬ ਪਰਮੇਸ਼ਰ ਤੋਂ ਵਿਛੜੇ ਜਾਣ ਦਾ ਸੋਗ, ਆਪਣੇ ਪਾਪਾਂ ਦਾ ਸੋਗ ਕਿ ਮੈਨੂੰ ਆਪਣੇ ਪਾਪਾਂ ਦਾ ਪਛਤਾਵਾ ਹੈ। ਅਤੇ ਜਦੋਂ ਅਸੀਂ ਪਛਤਾਵਾ ਆਪਣੇ ਪਾਪਾਂ ਦਾ ਕਰਦੇ ਹਾਂ, ਪਰਮੇਸ਼ਰ ਸਾਨੂੰ ਰਸਤਾ ਦਿੰਦਾ ਹੈ। ਪਰਮੇਸ਼ਰ ਦੇ ਅਸੀਂ ਬੱਚੇ ਬਣਦੇ ਹਾਂ। ਵਚਨ ਦੱਸਦਾ ਹੈ ਕਿ ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ, ਆਪਣੇ ਗੁਨਾਹਾਂ ਦਾ ਸੋਗ ਮਨਾ, ਕਿਉਂਕਿ ਯੀਸ਼ੂ ਦੇ ਨਾਲ ਸੂਲੀ ਉੱਤੇ ਲਟਕਣ ਨਾਲ ਇਹ ਪਾਪੀ ਸਰੀਰ ਮਰ ਗਿਆ। ਇਹ ਪਾਪੀ ਸਰੀਰ ਦਾ ਸੋਗ ਮਨਾਉਣ ਦੀ ਲੋੜ ਨਹੀਂ, ਆਪਣੇ ਪਾਪਾਂ ਦਾ ਸੋਗ ਮਨਾਉਣ ਦੀ ਲੋੜ ਹੈ ਕਿ ਮੈਂ ਕਿੱਡਾ ਵੱਡਾ ਪਾਪੀ ਸੀ ਔਰ ਖੁਦਾ ਨੇ ਮੈਨੂੰ ਆਪਣੀ ਚਰਣੀ ਲਾਇਆ ਕਿ ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ ਅਤੇ ਯੀਸ਼ੂ ਦੇ ਨਾਂ ਤੇ ਪਾਣੀ ਦਾ ਬਪਤਿਸਮਾ ਲੈ। ਪਿਤਾ ਵੱਲੋਂ ਤੈਨੂੰ ਪਵਿੱਤਰ ਆਤਮਾ ਦੀ ਬਖਸ਼ਿਸ਼ ਦਿੱਤੀ ਜਾਏਗੀ। ਇਹ ਪਵਿੱਤਰ ਆਤਮਾ ਦੀ ਬਖਸ਼ਿਸ਼, ਪਵਿੱਤਰ ਆਤਮਾ ਉਹੀ ਹੈ ਜਿਹੜੀ ਅਦਨ ਦੇ ਬਾਗ ਵਿੱਚ ਸਾਡੇ ਮੁੱਢਲੇ ਮਾਪੇ ਸ਼ੈਤਾਨ ਦੇ ਪਿੱਛੇ ਲੱਗ ਕੇ ਗਵਾ ਬੈਠੇ ਸਨ। ਅਤੇ ਜਦੋਂ ਅਸੀਂ ਆਪਣੇ ਗੁਨਾਹਾਂ ਤੋਂ ਤੋਬਾ ਕਰਦੇ ਹਾਂ, ਯੀਸ਼ੂ ਦੇ ਨਾਂ ਤੇ ਬਪਤਿਸਮਾ ਲੈਂਦੇ ਹਾਂ, ਸਾਨੂੰ ਪਿਤਾ ਆਪਣੀ ਮਿਹਰਬਾਨੀ ਨਾਲ ਅਨੰਤ ਕਾਲ ਦਾ ਜੀਵਨ ਬਖਸ਼ ਦਿੰਦਾ ਹੈ। ਇਹ ਸੁਰਗ ਤੋਂ ਸਾਡੇ ਲਈ ਫ੍ਰੀ ਗਿਫਟ ਹੈ, ਸਾਡੇ ਲਈ ਫ੍ਰੀ ਗਿਫਟ ਹੈ। ਪਰ ਪਰਮੇਸ਼ਰ ਨੇ, ਸਾਡੇ ਮੁਕਤੀਦਾਤਾ ਨੇ ਇਹਦੇ ਪਿੱਛੇ ਆਪਣਾ ਲਹੂ ਸਲੀਬ ਉੱਤੇ ਬਹਾਇਆ, ਕਿਉਂਕਿ ਅਸੀਂ ਮੌਤ ਦੇ ਅਧਿਕਾਰ ਵਿੱਚ ਸਾਂ। ਸਾਡੇ ਮੁੱਢਲੇ ਮਾਪਿਆਂ ਨੇ ਜਿਹੜਾ ਪਾਪ ਕੀਤਾ ਸੀ, ਅਸੀਂ ਉਹਨਾਂ ਦੇ ਸ਼ਰਾਬੀ ਲਹੂ ਤੋਂ ਪੈਦਾ ਹੁੰਦੇ ਹਾਂ ਅਤੇ ਸਾਡੇ ਉੱਤੇ ਮ੍ਰਿਤੂ ਦਾ ਬੋਝ ਬਣਿਆ ਰਹਿੰਦਾ ਹੈ। ਉਹ ਮ੍ਰਿਤੂ ਦਾ ਬੋਝ ਮੇਰਾ, ਤੁਹਾਡਾ ਯੀਸ਼ੂ ਨੇ ਆਪਣੇ ਉੱਤੇ ਲੈ ਕੇ ਸੂਲੀ ਉੱਤੇ ਆਪਣੀ ਕੁਰਬਾਨੀ ਦਿੱਤੀ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਹੋ ਗਿਆ। ਉਹ ਸੂਲੀ ਉੱਤੇ ਮੇਰਾ ਅਤੇ ਤੁਹਾਡਾ, ਸਾਰੇ ਪਾਪੀਆਂ ਦਾ ਬੱਟਾ ਬਣ ਕੇ ਮਰਿਆ। ਉਹਨੇ ਸਾਡੇ ਪਾਪ ਆਪਣੇ ਉੱਪਰ ਲੈ ਰਹੇ ਅਤੇ ਸਾਨੂੰ ਆਪਣੀ ਪਵਿੱਤਰਤਾ ਬਖਸ਼ ਦਿੱਤੀ। ਮੁਰਦਿਆਂ ਵਿੱਚੋਂ ਜਿੰਦਾ ਹੋ ਕੇ ਉਹਨੇ ਮੌਤ ਨੂੰ ਸਦਾ ਸਦਾ ਦੇ ਲਈ ਨਿਪਟਾ ਦਿੱਤਾ, ਹਰਾ ਦਿੱਤਾ ਅਤੇ ਸਾਨੂੰ ਇੱਕ ਨਵਾਂ ਰੂਹਾਨੀ ਜਨਮ ਦੇ ਦਿੱਤਾ। ਔਰ ਸੁਰਗ ਦੇ ਰਾਜ ਵਿੱਚ ਸਰੀਰਾਂ ਦੀ ਕੋਈ ਪਹੁੰਚ ਨਹੀਂ। ਸਰੀਰ ਧਰਤੀ ਵਿੱਚ ਮਿਟ ਜਾਣੇ ਹਨ, ਕਿਉਂਕਿ ਮਿੱਟੀ ਹਨ, ਮਿੱਟੀ ਵਿੱਚ ਚਲੀ ਜਾਏਗੀ ਅਤੇ ਕੇਵਲ ਸਾਡੀ ਰੂਹਾਨੀਅਤ ਖੁਦਾ ਦੇ ਘਰ ਵਿੱਚ ਜਾਏਗੀ, ਕਿਉਂਕਿ ਉਹ ਰੂਹਾਨੀ ਸੰਸਾਰ ਹੈ। ਰੂਹਾਨੀ ਸੰਸਾਰ ਵਿੱਚ ਜਾਣ ਦੇ ਲਈ ਰਸਤਾ ਕੇਵਲ ਇੱਕ ਹੈ, ਯੀਸ਼ੂ ਮਸੀਹ ਦਾ। ਉਸ ਤੋਂ ਇਲਾਵਾ ਕੋਈ ਵੀ ਰਸਤਾ ਨਹੀਂ ਹੈ। ਕਿਉਂ? ਕਿਉਂਕਿ ਯੀਸ਼ੂ ਮਸੀਹ ਸਾਡਾ ਵੱਟਾ ਬਣਿਆ ਅਤੇ ਸਾਡੀ ਮੌਤ ਨੂੰ ਉਹਨੇ ਸੂਲੀ ਉੱਤੇ ਆਪਣੇ ਉੱਪਰ ਲਿਆ, ਸਾਨੂੰ ਆਪਣੀ ਪਵਿੱਤਰਤਾ ਦਿੱਤੀ,
सानू रूहानी जन्म दिता। धन ओ जिहड़े हलीम हन, क्यों ओ धरती दे वारिस होणगे। धरती दे वारिस ओ होणगे जिहड़े हलीम हन। हलीमियत केवल पानी अते आत्मा तो जम्मण तो बाद ही मिलती है। जदों असीं खुदा वालों मुक्ति जानी सालवेशन प्राप्त कर लेंदे हां, फिर साडे शरीरां दी आकड़ नहीं रहिंदी। साडे आकड़ सारी जांदी रहिंदी है ते असीं परमेश्वर दे जिहड़े बच्चे बन जाते हैं। असीं उहदे राज दे लई काम करते हैं अते असीं उहदे बच्चे बन जाते हैं। अते हलीमियत केवल बपतिस्मे तो बाद आती है। केवल पानी अते आत्मा दे बपतिस्मे तो बाद असीं हलीम हो जाते हैं, क्योंकि साडी सिटीजनशिप बदल जाती है। असीं संसारी नहीं रह जाते, असीं सुर्ग दे राज दे सिटीजन हो जाते हैं। असीं अपने परमेश्वर दे राज दी इस धरती उत्ते नुमाइंदगी करते हैं। असीं उहदे अंबैसडर हैं इस धरती उत्ते। और क्योंकि साडा परमेश्वर सूली उत्ते मृत्यु तक हलीम रहा और उदा यही उपदेश है कि साडे लिए हलीम रहना जरूरी है। क्योंकि जिहड़े हलीम हन वो धरती दे वारिस बनणगे। धरती दा राजा, राजियां दा राजा यीशु राजा, और असीं परमेश्वर दे बच्चे, परमेश्वर दे पुत्र पुत्रियां, असीं उहदे वारिस हां। हर एक अपने माँ प्यो दी प्रॉपर्टी दा वारिस हुंदा है अते साडे पिता दी प्रॉपर्टी ये धरती है। ये धरती दे असीं वारिस हां। धन ओ जिहड़े धर्म दे भुखे ते प्यासे हन वो रजाए जाणगे। अज दे दिन विच तुसीं धर्मां दे भुखे प्यासे तो बहुत देखते हो जिन्हां नाल साडा कोई रिश्ता नहीं, क्योंकि साडे परमेश्वर दा धर्म शांति दा धर्म है। साडा परमेश्वर कहता है कि जे तुहाडे को सज्जे पासे थप्पड़ मारे तो खब्बा पासा अगे कर दो। उहो जे राजे दे राजकुमार किहो जे होने चाहिए? उहो जे राजे दे राजकुमार उसे वर्गे होने चाहिए। प्रभु ने सलीबी मौत भी स्वीकार की अते शांति नाल स्वीकार की। वो जानता सी नवा नियम इसे उत्ते स्थिर है। परमेश्वर दी सलीबी मौत अते उसदा मुर्दियां विचों जी उठना। वो मुर्दियां विचों जी उठिया अते जेड़ा कोई उस विच विश्वास करेगा वो बचाया जाएगा।
ਅਤੇ ਜਿਹੜਾ ਵਿਸ਼ਵਾਸ ਨਹੀਂ ਕਰੇਗਾ ਉਸ ਉੱਤੇ ਸਜ਼ਾ ਦਾ ਹੁਕਮ ਹੈ। ਧਰਮ ਦੇ ਭੁੱਖੇ ਹੋਣ ਦਾ ਮਤਲਬ ਹੈ ਪਰਮੇਸ਼ਰ ਦੇ ਰਾਜ ਦੇ ਭੁੱਖੇ ਹੋਣਾ, ਪਰਮੇਸ਼ਰ ਦੇ ਰਾਜ ਦੇ ਲਈ ਭੁੱਖ ਪਿਆਸ ਰੱਖਣਾ ਕਿ ਕਦੋਂ ਅਸੀਂ ਉਹਨੂੰ ਦੇਖੀਏ, ਉਹ ਆਉਣ ਵਾਲਾ ਕਦੋਂ ਤੱਕ ਆ ਜਾਏਗਾ। ਸਾਨੂੰ ਸਾਡੇ ਪਰਮੇਸ਼ਰ ਦੇ ਰਾਜ ਦੀ ਭੁੱਖ ਤੇ ਪਿਆਸ ਹੈ, ਔਰ ਜਿਹੜੇ ਉਸ ਦੇ ਰਾਜ ਦੇ ਭੁੱਖੇ ਪਿਆਸੇ ਹੋਣਗੇ ਉਹ ਰਜਾਏ ਜਾਣਗੇ। ਰਜਾਏ ਕਿਵੇਂ ਜਾਣਗੇ? ਅਸੀਂ ਉਸ ਅਨੰਤ ਪਰਮੇਸ਼ਰ ਦੇ ਘਰ ਦੇ ਵਾਰਸ ਹਾਂ, ਅਸੀਂ ਉੱਥੇ ਜਾਣਾ ਹੈ। ਸਰੀਰ ਦੇ ਰਜਾਣ ਦੀ ਗੱਲ ਨਹੀਂ, ਇਹ ਜੀਵਨ ਦੀ ਰੋਟੀ ਦੀ ਗੱਲ ਹੈ। ਜੀਵਨ ਦੀ ਰੋਟੀ ਪ੍ਰਭੂ ਨੇ ਕਿਹਾ, ਮੈਂ ਜੀਵਨ ਦੀ ਰੋਟੀ ਹਾਂ, ਮੈਂ ਜੀਵਨ ਜਲ ਹਾਂ। ਅਤੇ ਸਲੀਬ ਉੱਤੇ ਜਾਣ ਤੋਂ ਪਹਿਲੀ ਰਾਤ ਉਹਨੇ ਆਪਣੇ ਚੇਲਿਆਂ ਦੇ ਨਾਲ ਪਾਸਓਵਰ ਦਾ ਭੋਜਨ ਕੀਤਾ ਅਤੇ ਉਹਨਾਂ ਨੂੰ ਬ੍ਰੈਡ ਦੇ ਕੇ ਆਖਿਆ, ਖਾਓ, ਇਹ ਮੇਰਾ ਸਰੀਰ ਹੈ। ਉਹਨੇ ਉਹਨਾਂ ਨੂੰ ਦਾਖ ਰਸ ਦਿੱਤਾ, ਪੀਓ, ਇਹ ਮੇਰਾ ਸਰੀਰ ਹੈ, ਇਹ ਮੇਰਾ ਲਹੂ ਹੈ। ਅਤੇ ਕਿਹਾ, ਜਦੋਂ ਤੱਕ ਤੁਸੀਂ ਮੇਰਾ ਮਾਸ ਨਹੀਂ ਖਾਂਦੇ ਅਤੇ ਮੇਰਾ ਲਹੂ ਨਹੀਂ ਪੀਂਦੇ ਤੁਹਾਡਾ ਮੇਰੇ ਵਿੱਚ ਕੋਈ ਹਿੱਸਾ ਨਹੀਂ। ਇਹੋ ਜਿਹਾ ਪਰਮੇਸ਼ਰ, ਦੁਨੀਆ ਇਹੋ ਜਿਹੇ ਪਰਮੇਸ਼ਰ ਨੂੰ ਨਹੀਂ ਜਾਣਦੀ। ਦੁਨੀਆ ਸ਼ੈਤਾਨ ਨੇ ਖੁਦਾ ਦੇ ਰਾਜ ਤੋਂ ਦੂਰ ਕੀਤੀ ਹੋਈ ਹੈ। ਸ਼ੈਤਾਨ ਨੇ ਉਹਨਾਂ ਨੂੰ ਅੰਨੇ ਕੀਤਾ ਹੋਇਆ। ਸ਼ੈਤਾਨ ਦੀ ਅਧੀਨਗੀ, ਇਹ ਸੰਸਾਰ ਸ਼ੈਤਾਨ ਦੀ ਅਧੀਨਗੀ ਵਿੱਚ ਹੈ ਔਰ ਸ਼ੈਤਾਨ ਨਹੀਂ ਚਾਹੁੰਦਾ ਕਿ ਉਹਦਾ ਰਾਜ ਖਤਮ ਹੋ ਜਾਵੇ। ਜਦ ਕਿ ਉਹ ਸਲੀਬ ਉੱਤੇ ਡਿਫੀਟ ਦਿੱਤਾ ਗਿਆ, ਸਲੀਬ ਉੱਤੇ ਹਰਾਇਆ ਗਿਆ ਅਤੇ ਮੁਰਦਿਆਂ ਵਿੱਚੋਂ ਜਿੰਦਾ ਹੋ ਕੇ ਖੁਦਾ ਨੇ ਉਹਦੇ ਸਭ ਤੋਂ ਵੱਡੇ ਹਥਿਆਰ ਮੌਤ ਨੂੰ ਸਦਾ ਸਦਾ ਦੇ ਲਈ ਮਿਟਾ ਦਿੱਤਾ। ਅਸੀਂ ਮਰਨ ਵਾਲੇ ਨਹੀਂ ਹਾਂ, ਕਿਉਂਕਿ ਸਾਡਾ ਘਰ ਖੁਦਾ ਦਾ ਘਰ ਹੈ, ਸਾਡੇ ਪਰਮੇਸ਼ਰ ਦਾ ਘਰ ਹੈ। ਅਸੀਂ ਮਰਨ ਤੋਂ ਬਾਅਦ ਉੱਥੇ ਜਾਣਾ ਹੈ। ਸਾਡਾ ਰੂਹਾਨੀ ਜਨਮ ਹੋਇਆ ਅਤੇ ਰੂਹਾਂ ਨੇ ਆਪਣੇ ਘਰ ਜਾਣਾ ਹੈ। ਔਰ ਜਿਨ੍ਹਾਂ ਦਾ ਰੂਹਾਨੀ ਜਨਮ ਨਹੀਂ ਹੋਇਆ ਉਹਨਾਂ ਨੇ ਵੀ ਕਬਰਸਤਾਨ ਤੱਕ ਨਹੀਂ ਲਾਈਫ ਉਹਨਾਂ ਦੀ, ਉਹਨਾਂ ਨੇ ਆਪਣੇ ਅਗਲੇ ਠਿਕਾਣੇ ਜਾਣਾ ਹੈ, ਜਿਹਨੂੰ ਅਸੀਂ ਨਰਕ ਕਹਿੰਦੇ ਹਾਂ ਅਤੇ ਗੰਧਕ ਦੀ ਭੱਠੀ ਕਹਿੰਦੇ ਹਾਂ। ਉਹਨਾਂ ਨੇ ਗੰਧਕ ਦੀ ਭੱਠੀ ਵਿੱਚ ਪੈਣਾ ਹੈ ਔਰ ਉਹਨਾਂ ਦੇ ਲਈ ਯੀਸ਼ੂ ਦੇ ਆਉਣ ਤੋਂ ਪਹਿਲੋਂ ਅਤੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਯੀਸ਼ੂ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਲੈਣ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ। ਤੁਹਾਡੇ ਆਪਣੇ ਘੜੇ ਹੋਏ ਬਪਤਿਸਮੇ ਕੋਈ ਕੰਮ ਨਹੀਂ ਕਰਨਗੇ। ਤੁਸੀਂ ਆਪਣੇ ਆਪ ਨੂੰ ਪਵਿੱਤਰਤਾ ਕਰਨ ਦੇ ਯਤਨ ਕਰਦੇ ਹੋ। ਉਹ ਤੁਹਾਡੇ ਤਰੀਕੇ ਖੁਦਾ ਨੂੰ ਮਨਜ਼ੂਰ ਨਹੀਂ। ਖੁਦਾ ਦੇ ਰਾਜ ਵਿੱਚ ਜਾਣ ਦੇ ਲਈ ਕੇਵਲ
खुदा दा ही लॉ मनना पेगा, क्योंकि जदों असी इंडिया पाकिस्तान तो अमरीका आने हैं तो इमीग्रेशन लॉ अमेरिका का आ, साडा अपना कोई नहीं। और जेकर उहदे घर जाना, उत्थे जाण दे लई ला सिर्फ उहदा आ। उहदा ला की है कि तू अपने गुनाहां तो तौबा कर, यीशु दे नां ते बपतिस्मा लै अते पिता वालों पवित्र आत्मा की बख्शिश पाएगा। बोलियो, ये मुफ्त विच मिलती पवित्रता तुसी क्यों नहीं ले लेंदे? यीशु ने तमाम दुनिया के लोगों वास्ते अपनी कुर्बानी दी, पर बचाया केवल वो जाएगा जिहड़ा यीशु का रास्ता अपनाउंदा है, जिहड़ा अपने गुनाहां तो तौबा करता है, जिहड़ा यीशु के नाम का बपतिस्मा लैंदा है। उन्हां तो इलावा कोई भी बचाया नहीं जाएगा। रूहानी जन्म होना जरूरी है ताकि असी मर तो बाद खुदा दे राज विच वड़ सकीए। धन ओ जिहड़े शुद्ध मन हन अते ओ परमेश्वर नूं देखणगे। शुद्ध मन संसार दे धर्म दे लोग अपने आप नूं बड़ा साफ मन दसदे हैं। वो अपने मन की सफाई के लिए हर यतन भी करते हैं कि मैं तो झूठ नहीं बोलता, मैं तो मीट नहीं खाता, मैं कोई पाप नहीं करता। वो नहीं जानते कि खुदा तो जुदा हो जाना सानू मृत्यु विच लै जांदा है। उस मृत्यु तो निकलण दे लई सानू साडे यतन किते कम नहीं दिंदे, केवल खुदा दा विधान कम दिंदा है। खुदा दा विधान दसदा है कि तू अपने गुनाहां तो तौबा कर, यीशु दे नां ते बपतिस्मा लै, पिता बोलो पवित्र आत्मा पाएगा। ये रूहानी जन्म है। जो तक तुहाडा रूहानी जन्म नहीं हो जाता तुसी सुरग दे राज दे विच नहीं वड़ सकते। धन ओ जिहड़े मेल कराउण वाले हन, धन ओ जिहड़े मेल कराउण वाले हन, क्यों जो ओ परमेश्वर दे पुत्र कहलाणगे। ये मेल कराना कोई लड़ाइयां दा मेल नहीं कराना कि हसबैंड और वाइफ लड़ पे तुसी मेल करा दिता, नहीं। ये परमेश्वर की शांति प्राप्त करना है। परमेश्वर दे नाल मेल है, परमेश्वर दे नाल मिलना और मिलाना। मेल कराने वाले मेरे साथी तुहाडे घरां उत्ते दस्तक दिंदे हन कि यीशु तुहानू बुला रहा है। यीशु तुहाडे दरवाजे ते खटखट करता है। तुसी दरवाजा खोलो, अपने दिल का दरवाजा खोलो। यीशु कहता है कि जेड़ा खोलेगा, जेड़ा अपने बूहे नूं खोलेगा, मैं उहदे नाल बैठ के भोजन करांगा। अरे राजियां दा राजा, सुरग दा राजा तुहाडे नाल भोजन करना चाहुंदा है। और तुसी कदे इन्ने खुशकिस्मत नहीं हो कि पिंड का सरपंच भी तुहाडे घर आके रोटी खा लवे। राजियां दा राजा तुहाडे घर आना चाहुंदा है। वो तुहानू मुक्ति का सुनेहा लेके आया है। वो तुहानू अपने राज में ले जाना चाहुंदा है। अमरीका शमरीका कुछ भी नहीं होते अगे, क्योंकि ओदे राज में जाके
ਅਸੀਂ ਸਦਾ ਦਾ ਜੀਵਨ ਬਤੀਤ ਕਰਨਾ ਹੈ, ਸਾਡੀ ਕੋਈ ਮ੍ਰਿਤੂ ਨਹੀਂ ਹੋਣੀ। ਉਸ ਰਾਜ ਦੇ ਵਿੱਚ ਵੜਨ ਦੇ ਲਈ ਯੀਸ਼ੂ ਦੇ ਪਿੱਛੇ ਲੱਗਣਾ ਜ਼ਰੂਰੀ ਹੈ। ਧੰਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਤੁਸੀਂ ਦੇਖਦੇ ਹੋ ਕਿ ਕਿਵੇਂ ਧਰਮਾਂ ਦੇ ਲੋਕ ਚਰਚਾਂ ਨੂੰ ਕਰਾ ਰਹੇ ਹਨ, ਮਸੀਹੀਆਂ ਦੀ ਮਾਰ ਕੁਟਾਈ ਕਰ ਰਹੇ ਹਨ, ਮਸੀਹੀਆਂ ਉੱਤੇ ਉਤਪੀੜਨ ਕਰ ਰਹੇ ਹਨ, ਉਹਨਾਂ ਨੂੰ ਨਸ਼ਟ ਕਰਨ ਤੇ ਤੁਲੇ ਹੋਏ ਹਨ। ਉਹ ਭੋਲਿਓ, ਕੀ ਖੁਦਾ ਦੇ ਰਾਜ ਨੂੰ ਤੁਸੀਂ ਨਸ਼ਟ ਕਰ ਦਿਓਗੇ? ਸਾਡਾ ਇਸ ਧਰਤੀ ਦਾ ਰਾਜ ਨਹੀਂ ਹੈ, ਇਹ ਧਰਤੀ ਦਾ ਰਾਜ ਸ਼ੈਤਾਨ ਦਾ ਹੈ, ਇਹ ਕੰਜਰਪੁਣੇ ਦਾ ਰਾਜ ਹੈ। ਸਾਡਾ ਰਾਜ ਖੁਦਾ ਦੇ ਕਰਦਾ ਹੈ। ਇਹ ਸਰੀਰ ਮਿੱਟੀ ਹੈ ਜਿਸ ਵਿੱਚ ਮੈਂ ਹਾਂ। ਇਹ ਮਿੱਟੀ ਮਿੱਟੀ ਹੋ ਜਾਣੀ ਹੈ, ਮੈਂ ਆਪਣੇ ਘਰ ਚਲੇ ਜਾਣਾ ਹੈ। ਉਤਪੀੜਨ ਸਰੀਰ ਤੱਕ ਕਰ ਸਕਦੇ ਹੋ, ਸਰੀਰਾਂ ਤੋਂ ਅੱਗੇ ਉਤਪੀੜਨ ਨਹੀਂ ਕਰ ਸਕਦੇ, ਕਿਉਂਕਿ ਉੱਥੇ ਤੁਹਾਡੀ ਕੋਈ ਪਹੁੰਚ ਨਹੀਂ। ਉੱਥੇ ਮੇਰੇ ਪਰਮੇਸ਼ਰ ਦਾ, ਮੇਰੇ ਵਾਹਿਗੁਰੂ ਦਾ ਘਰ ਹੈ। ਮੇਰੇ ਵਾਹਿਗੁਰੂ ਦੇ ਘਰ ਵਿੱਚ ਜਾਣ ਦੇ ਲਈ ਤੁਹਾਨੂੰ ਵੀ ਉਹੀ ਕੁਝ ਕਰਨਾ ਪਏਗਾ। ਇਹ ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਯੀਸ਼ੂ ਦੇ ਨਾਂ ਤੇ ਬਪਤਿਸਮਾ ਲਵੋ। ਧੰਨ ਹੋ ਤੁਸੀਂ, ਕਿਉਂ ਜੋ ਲੋਕ ਮੇਰੇ ਕਾਰਨ ਤੁਹਾਨੂੰ ਬੋਲੀਆਂ ਬੋਲਣਗੇ ਅਤੇ ਸਤਾਉਣਗੇ ਅਤੇ ਹਰ ਇੱਕ ਬੁਰੀ ਗੱਲ ਤੁਹਾਡੇ ਉੱਤੇ ਝੂਠੀ ਮੁੱਠੀ ਲਾਉਣਗੇ। ਅੱਜ ਦੇ ਜ਼ਮਾਨੇ 'ਚ, ਅੱਜ ਦੇ ਸਮੇਂ ਵਿੱਚ ਪਾਜ਼ੀਆਂ ਨੂੰ ਫੜ ਕੇ ਮਾਰਿਆ ਜਾ ਰਿਹਾ ਹੈ ਕਿ ਜੀ ਇਹ ਧਰਮ ਫੈਲਾ ਰਹੇ ਸੀਗੇ। ਕਿਹਦਾ ਧਰਮ ਫੈਲਾ ਰਹੇ ਸੀ? ਆਪਣਾ ਨਹੀਂ, ਉਸ ਰਾਜੇ ਦਾ, ਪਰਮੇਸ਼ਰ ਦਾ ਧਰਮ ਫੈਲਾ ਰਿਹਾ ਸੀ। ਤੁਸੀਂ ਕੀ ਸਮਝਦੇ ਹੋ ਕਿ ਉਹ ਸਾਡਾ ਰਾਜਾ ਏਡਾ ਕਮਜ਼ੋਰ ਹੈ ਕਿ ਸਾਡੀ ਹਿਫਾਜ਼ਤ ਨਹੀਂ ਕਰ ਸਕਦਾ? ਨਹੀਂ। ਇਹ ਪਾਦਰੀ, ਇਹ ਐਵੈਂਜਲਿਸਟ ਤੁਹਾਡੇ ਘਰਾਂ ਦੇ ਚੱਕਰ ਲਗਾਉਂਦੇ ਹਨ ਕਿ ਤੁਸੀਂ ਕੱਲ ਨੂੰ ਜਿਹੜੀ ਅੱਗ ਵਿੱਚ ਗਿਰਨਾ ਹੈ ਉਹ ਤੋਂ ਬਚ ਜਾਓ। ਉਹ ਤੁਹਾਨੂੰ ਵਾਰਨਿੰਗ ਦਿੰਦੇ ਹਨ, ਉਹ ਤੁਹਾਨੂੰ ਪਰਮੇਸ਼ਰ ਦੇ ਰਸਤੇ ਲਿਆਉਣਾ ਚਾਹੁੰਦੇ ਹਨ ਕਿ ਤੁਸੀਂ ਬਚ ਜਾਓ, ਤੁਹਾਡੇ ਜੀਵਨ ਬਚ ਜਾਣ, ਤੁਸੀਂ ਅੱਗ ਦੀ ਭੱਠੀ ਵਿੱਚ ਨਾ ਪਾਏ ਜਾਓ, ਤੁਸੀਂ ਸਦਾ ਦਾ ਜੀਵਨ ਪਾਓ ਖੁਦਾ ਦੇ ਘਰ ਦਾ। ਲੇਕਿਨ ਤੁਸੀਂ ਕਿਉਂਕਿ ਸ਼ੈਤਾਨ ਦੇ ਦੂਤ ਹੋ, ਇੱਥੇ ਧਰਤੀ ਉੱਤੇ ਸ਼ੈਤਾਨ ਦਾ ਰਾਜ ਹੈ ਅਤੇ ਸ਼ੈਤਾਨ ਦੇ ਹੁਕਮਾਂ ਦੇ ਉੱਤੇ ਚੱਲਦੇ ਹੋਏ ਤੁਸੀਂ ਖੁਦਾ ਦੇ ਰਾਜ ਦੇ ਵਿਰੁੱਧ ਲੜ ਰਹੇ ਹੋ। ਕੀ ਤੁਸੀਂ ਸਾਡੇ ਵਾਹਿਗੁਰੂ ਨੂੰ, ਸਾਡੇ ਪਰਮੇਸ਼ਰ ਨੂੰ ਹਰਾ ਦਿਓਗੇ? ਨਹੀਂ। ਉਹ ਸਮਾਂ ਆਣਾ ਜਦੋਂ ਤੁਸੀਂ ਅੱਗ ਦੀ ਭੱਠੀ ਵਿੱਚ ਪੈ ਜਾਣਾ। ਉਹ ਦੂਰ ਨਹੀਂ, ਉਹ ਬਹੁਤ ਨਜ਼ਦੀਕ ਹੈ। ਤੁਹਾਡਾ ਆਖਰੀ ਸਾਹ ਕਦੇ ਵੀ ਆ ਸਕਦਾ ਹੈ ਅਤੇ ਆਖਰੀ ਸਾਹ ਤੋਂ ਪਹਿਲਾਂ ਹੀ ਤੁਸੀਂ ਪਰਮੇਸ਼ਰ ਨੂੰ ਕਬੂਲ ਕਰ ਸਕਦੇ ਹੋ। ਅੱਜ ਹੀ ਬਾਈਬਲ ਪੜ੍ਹੋ, ਅੱਜ ਹੀ ਚਰਚ ਵਿੱਚ ਜਾਓ, ਅੱਜ ਹੀ ਖੁਦਾ ਦੇ ਬੰਦੇ ਨੂੰ ਕਹੋ ਕਿ ਮੈਨੂੰ ਨਵੇਂ ਜੀਵਨ ਦੀ ਕਹਾਣੀ ਦੱਸ, ਮੈਨੂੰ ਖੁਸ਼ਖਬਰੀ ਦਾ ਸੁਨੇਹਾ ਦੇ ਤਾਂ ਕਿ ਮੈਂ ਬਚਾਇਆ ਜਾ ਸਕਾਂ। ਪਰਮੇਸ਼ਰ ਦੇ ਰਾਜ ਵੱਲ ਮੁੜੋ, ਆਨੰਦ ਹੋਵੇ ਅਤੇ ਖੁਸ਼ੀ ਮਨਾਓ। ਆਨੰਦ ਹੋਵੋ ਅਤੇ ਖੁਸ਼ੀ ਮਨਾਓ, ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤਾ ਹੈ। ਸਾਡਾ ਫਲ ਸੁਰਗ ਵਿੱਚ ਬਹੁਤਾ ਹੈ।
ਇਸ ਲਈ ਜੋ ਉਹਨਾਂ ਨੇ ਤੁਹਾਤੋਂ ਪਹਿਲਿਆਂ ਨਵੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ ਕਿ ਆਨੰਦ ਕਰੋ, ਖੁਸ਼ੀ ਮਨਾਓ ਕਿ ਤੁਹਾਡਾ ਫਲ ਸੁਰਗ ਦੇ ਵਿੱਚ ਭਰਪੂਰ ਹੈ। ਇਹਨਾਂ ਨੇ ਤਾਂ ਜਿਹੜੇ ਆਪਣੇ ਆਪ ਨੂੰ ਖੁਦ ਪਵਿੱਤਰ ਕਰਨ ਵਾਲੇ, ਆਪਣੇ ਆਪ ਨੂੰ ਕਿ ਮੈਂ ਲਸਣ ਨਹੀਂ ਖਾਂਦਾ ਤਾਂ ਮੈਂ ਪਵਿੱਤਰ ਹਾਂ, ਮੈਂ ਪਿਆਜ਼ ਨਹੀਂ ਖਾਂਦਾ ਮੈਂ ਪਵਿੱਤਰ ਹੋ ਗਿਆ, ਮੈਂ ਇਹ ਬਪਤਿਸਮਾ ਲੈ ਲਿਆ ਤਾਂ ਮੈਂ ਪਵਿੱਤਰ ਹੋ ਗਿਆ। ਇਹਨਾਂ ਨੇ ਸਵੈ ਪਵਿੱਤਰਤਾ ਵਾਲਿਆਂ ਨੇ ਸੁਰਗਾਂ ਦੇ ਮਾਲਕ ਨੂੰ ਸੂਲੀ ਤੇ ਚੜਾਇਆ। ਇਹਨਾਂ ਸਵੈ ਪਵਿੱਤਰਤਾ ਵਾਲਿਆਂ ਨੇ ਪਰਮੇਸ਼ਰ ਦੇ 12 ਚੇਲਿਆਂ ਨੂੰ ਉਤਪੀੜਨ ਕੀਤਾ ਅਤੇ ਉਹਨਾਂ ਵਿੱਚੋਂ 11 ਮਾਰੇ ਗਏ। ਇੱਕ ਯੋਹੰਨਾ ਆਪਣੀ ਮੌਤ ਖੁਦ ਮਰਿਆ। ਇਹ ਲੋਕ ਪਰਮੇਸ਼ਰ ਦੇ ਸੇਵਕਾਂ ਨੂੰ, ਪਰਮੇਸ਼ਰ ਦੇ ਪ੍ਰਚਾਰਕਾਂ ਨੂੰ, ਪਰਮੇਸ਼ਰ ਦੇ ਪਾਦਰੀਆਂ ਨੂੰ ਫੜ ਫੜ ਕੇ ਮਾਰਦੇ ਹਨ, ਬਾਈਬਲ ਨੂੰ ਪੈਰਾਂ ਥੱਲੇ ਰੋਲਦੇ ਹਨ। ਇਹ ਕਦੇ ਨਹੀਂ ਬਚਾਏ ਜਾਣਗੇ। ਪਰ ਅਸੀਂ ਤੁਹਾਡੇ ਅੱਗੇ ਖੁਦਾ ਦਾ ਸੁਨੇਹਾ ਲੈ ਕੇ ਜਾਂਦੇ ਹਾਂ, ਪਰਮੇਸ਼ਰ ਦਾ ਸੁਨੇਹਾ ਲੈ ਕੇ ਜਾਂਦੇ ਹਾਂ, ਵਾਹਿਗੁਰੂ ਦਾ ਸੁਨੇਹਾ ਲੈ ਕੇ ਜਾਂਦੇ ਹਾਂ ਕਿ ਖੁਦਾ ਤੁਹਾਨੂੰ ਬੁਲਾਉਂਦਾ ਹੈ। ਆਪਣੇ ਦਿਲ ਦਾ ਬੂਹਾ ਖੋਲੋ, ਯੀਸ਼ੂ ਤੁਹਾਨੂੰ ਬੁਲਾ ਰਿਹਾ ਹੈ। ਯੀਸ਼ੂ ਤੁਹਾਡੇ ਦਿਲ ਦੇ ਦੁਆਰ ਤੇ ਖੜਾ ਤੁਹਾਨੂੰ ਬੁਲਾ ਰਿਹਾ ਹੈ। ਆਓ ਮੁੜੋ, ਉਹਦੇ ਵੱਲ ਮੁੜੋ, ਅੱਜ ਹੀ ਮੁੜੋ, ਹੁਣ ਹੀ ਮੁੜੋ। 1 ਮਿੰਟ ਦਾ ਵੀ ਸਮਾਂ ਵਾਧੂ ਨਾ ਲਗਾਓ, ਕਿਉਂਕਿ ਆਖਰੀ ਸਾਹ ਕਦੋਂ ਆ ਜਾਣਾ ਨਹੀਂ ਪਤਾ, ਅਤੇ ਪਰਮੇਸ਼ਰ ਨੇ ਦੂਜੀ ਵਾਰੀ ਕਦੋਂ ਆ ਜਾਣਾ ਨਹੀਂ ਪਤਾ। ਤੁਹਾਡਾ ਟਾਈਮ ਖੁੰਝਿਆ ਜਾ ਰਿਹਾ ਹੈ, ਔਰ ਖੁੰਝੇ ਜਾਣ ਦੇ ਉੱਤੇ ਤੁਹਾਡਾ ਠਿਕਾਣਾ ਕੇਵਲ ਨਰਕ ਦੀ ਭੱਠੀ ਹੈ। ਮਰਨ ਤੋਂ ਬਾਅਦ ਘਰ ਵਾਲਿਆਂ ਨੇ ਤੁਹਾਨੂੰ ਸਿਵਿਆਂ ਵਿੱਚ ਬਾਅਦ ਲੈ ਕੇ ਜਾਣਾ, ਪਰ ਤੁਹਾਡੀ ਆਤਮਾ ਨੂੰ ਪਰਮੇਸ਼ਰ ਨੇ ਪਹਿਲੋਂ ਨਰਕ ਦੀ ਭੱਠੀ 'ਚ ਪਾ ਦੇਣਾ। ਗੰਦਗੀ ਦੀ ਭੱਠੀ ਵਿੱਚ ਜਲੋਗੇ। ਕਬੂਲ ਕਰੋ ਪਰਮੇਸ਼ਰ ਨੂੰ, ਮੰਨ ਲਓ ਪਰਮੇਸ਼ਰ ਨੂੰ, ਇੱਕ ਸੱਚੇ ਪਰਮੇਸ਼ਰ ਨੂੰ, ਉਸ ਪਰਮੇਸ਼ਰ ਨੂੰ ਜਿਨੇ ਆਪਣੀ ਕੁਰਬਾਨੀ, ਆਪਣਾ ਪਵਿੱਤਰ ਲਹੂ ਸੂਲੀ ਤੇ ਮੇਰੇ ਤੁਹਾਡੇ ਲਈ ਬਹਾਇਆ ਅਤੇ ਆਪਣੇ ਲਹੂ ਦੇ ਨਾਲ ਸਾਨੂੰ ਮੁੱਲ ਖਰੀਦਿਆ। ਪਰਮੇਸ਼ਰ ਦਾ ਵਚਨ ਹੈ, ਆਓ ਮੇਰੇ ਪਿੱਛੇ ਆਓ। ਜਿਹੜਾ ਮੇਰੇ ਪਿੱਛੇ ਆਏਗਾ ਉਹ ਬਚਾਇਆ ਜਾਏਗਾ ਅਤੇ ਨਾ ਆਉਣ ਵਾਲਿਆਂ ਉੱਤੇ ਸਜ਼ਾ ਦਾ ਹੁਕਮ ਹੈ, ਨਰਕ ਦੀ ਭੱਠੀ ਦਾ ਹੁਕਮ ਹੈ। ਬਚੋ, ਬਚਾਓ, ਆਪਣੇ ਆਪ ਨੂੰ ਬਚਾਓ। ਅੱਜ ਹੀ ਮੰਨੋ, ਆਪਣੇ ਪਰਿਵਾਰਾਂ ਨੂੰ ਲੈ ਕੇ ਪਰਮੇਸ਼ਰ ਦੇ ਉਪਾਸਕਾਂ ਕੋਲ ਜਾਓ, ਚਰਚ ਵਿੱਚ ਜਾਓ, ਪਰਮੇਸ਼ਰ ਦੇ ਚੁਣੇ ਹੋਏ ਪਾਦਰੀਆਂ ਕੋਲ ਜਾਓ, ਬਪਤਿਸਮਾ ਲਓ, ਗੁਨਾਹਾਂ ਤੋਂ ਤੋਬਾ ਕਰੋ, ਯੀਸ਼ੂ ਨਾਮ ਦਾ ਬਪਤਿਸਮਾ ਲਵੋ ਅਤੇ ਬਚਾਏ ਜਾਓ। ਆਮੀਨ।